ਲੋਕਾਂ ਦੇ ਜੋ ਹਾਲਾਤ ਨੇ ਉਹ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਂਦੇ ਨੇ। ਤਾਂ ਮੇਰੇ ਖਿਆਲ ਦੇ ਨਾਲ ਫਿਰ ਇਸ ਨੂੰ ਅਸੀਂ ਆਜ਼ਾਦੀ ਦੇ ਤੌਰ ਤੇ ਪਰਿਭਾਸ਼ਿਤ ਨਹੀਂ ਕਰ ਸਕਦੇ ਕਿ ਪੰਜਾਬ ਦੇ ਲੋਕਾਂ ਨੂੰ ਅਧਿਕਾਰਾਂ ਦੇ ਮੁੱਦੇ ਦੇ ਉੱਪਰ ਜੇਕਰ ਘਾਣ ਹੋਇਆ ਮਨੁੱਖੀ ਹੱਕਾਂ ਦਾ ਤਾਂ ਪੰਜਾਬ ਦੇ ਵਿੱਚ ਹੋਇਆ। ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਖਾਸ ਕਰਕੇ ਉਸ ਰਾਜ ਨੂੰ ਵੇਖਿਆ, ਤੇ ਜਦੋਂ ਤੁਸੀਂ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਹੋ ਤੇ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਇਹਦੇ ਨਾਲੋਂ ਤਾਂ ਅੰਗਰੇਜ਼ ਚੰਗੇ ਸੀ। ਪਰ 15 ਲੱਖ ਤੋਂ ਲੈ ਕੇ 20 ਲੱਖ ਲੋਕਾਂ ਦਾ ਕਤਲੇਆਮ ਹੋ ਜਾਣਾ ਕੁਝ ਦਿਨਾਂ ਦੇ ਵਿੱਚ, ਉਹ ਲੋਕ ਜਿਹੜੇ ਆਂਢ ਗੁਆਂਢ ਦੇ ਵਿੱਚ ਵਸਦੇ ਸੀ, ਜੇਕਰ ਵੰਡ ਦਾ ਸੰਤਾਪ ਭੋਗਿਆ ਤੇ ਉਹ ਪੰਜਾਬ ਨੇ ਭੋਗਿਆ ਜਾਂ ਫਿਰ ਬੰਗਾਲ ਦੀ ਵੰਡ ਹੋਈ ਹੈ। ਹਿੰਦੁਸਤਾਨ ਦੀ ਵੰਡ ਤਾਂ ਹੋਈ ਨਹੀਂ। 10 ਲੱਖ ਤੋਂ ਵੱਧ ਬੱਚੀਆਂ ਦੇ ਨਾਲ ਬਲਾਤਕਾਰ, 15 ਲੱਖ ਤੋਂ ਵੱਧ ਕਤਲ ਔਰ ਕਰੋੜਾਂ ਦੀ ਅਰਬਾਂ ਦੀ ਜਾਇਦਾਦ, ਤੇ ਇਹਦੇ ਬਾਵਜੂਦ ਵੀ ਉਸ ਕੌਮੀਅਤ ਨੂੰ ਕੋਈ ਰਿਆਇਤ ਨਹੀਂ ਮਿਲਦੀ। ਹੁਣ ਮਿਸਾਲ ਦੇ ਤੌਰ ਤੇ ਕਤਲੇਆਮ ਦੋ ਧਿਰਾਂ ਦਾ ਹੋ ਰਿਹਾ, ਜਾਂ ਮੁਸਲਮਾਨਾਂ ਦਾ ਹੋ ਰਿਹਾ ਜਾਂ ਸਿੱਖਾਂ ਦਾ ਹੋ ਰਿਹਾ। ਮੇਰੇ ਖਿਆਲ ਨਾਲ 80% ਸਿੱਖ ਅੱਜ ਵੀ ਨਹੀਂ ਜਾਣਦਾ ਕਿ ਮੁਸਲਮਾਨ ਦੇ ਵਿੱਚ ਤੇ ਮੁਗਲ ਦੇ ਵਿੱਚ ਵੀ ਅੰਤਰ ਦੀ ਗੱਲ ਨਹੀਂ ਸੀ। ਉਹਦੇ 'ਚ ਸਿਰਾਂ ਦੀ ਗਿਣਤੀ ਦੀ ਗੱਲ ਨਹੀਂ ਸੀ, ਉਹ 'ਚ ਸਿਰ ਦੇਣ ਦੀ ਗੱਲ ਸੀ। ਸੋ ਉਹਦੇ ਕਰਕੇ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਜਿਸ ਅਨੁਪਾਤ ਦੇ ਵਿੱਚ ਅਸੀਂ ਸ਼ਹਾਦਤਾਂ ਦਿੱਤੀਆਂ, ਸਾਨੂੰ ਰਾਇਤਾਂ ਉਸ ਅਨੁਪਾਤ ਦੇ ਵਿੱਚ ਨਹੀਂ ਮਿਲੀਆਂ। ਕਿ ਦਿੱਲੀ ਦੇ ਵਿੱਚ ਜਿੰਨੀਆਂ ਵੀ ਹਕੂਮਤਾਂ ਕਾਬਜ ਰਹੀਆਂ ਨੇ, ਉਹਨਾਂ ਨੇ ਕਿਤੇ ਨਾ ਕਿਤੇ ਘੱਟ ਗਿਣਤੀ ਕੌਮੀਅਤਾਂ ਦਾ ਘਾਣ ਬਹੁਤ ਕੀਤਾ ਹੈ। ਲੈਕਚਰ ਸ਼ੁਰੂ ਕੀਤਾ ਸੀਸਗੰਜ ਸਾਹਿਬ ਤੋਂ, ਜਿਹੜੇ ਸੀਗੇ ਉਹ ਸਿੱਖਾਂ ਦੇ ਜਥੇ ਤੁਰਨੇ ਸ਼ੁਰੂ ਹੋ ਗਏ। ਪਹਿਲਾ ਗ੍ਰਿਫਤਾਰ, ਦੂਸਰਾ ਗ੍ਰਿਫਤਾਰ, ਤੀਸਰਾ ਗ੍ਰਿਫਤਾਰ, ਤੇ ਉਹ ਲਗਾਤਾਰ ਗ੍ਰਿਫਤਾਰੀਆਂ ਦੇਈ ਜਾ ਰਹੇ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਚੈਨਲ ਧਰਮ ਤੇ ਰਾਜਨੀਤੀ। ਮੈਂ ਹਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅੱਜ ਦਾ ਇਤਿਹਾਸ। ਅੱਜ 15 ਅਗਸਤ ਯਾਨੀ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਹੈ। ਦੇਸ਼ ਦੇ ਹਰ ਕੋਨੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿ ਅੱਜ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ। ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ, ਲਾਲ ਕਿਲੇ ਤੇ ਵੀ ਤਿਰੰਗਾ ਝੰਡਾ ਲਹਿਰਾਇਆ ਜਾ ਰਿਹਾ ਹੈ। ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਪਰ ਕੀ ਅਸਲ ਵਿੱਚ ਇਹ ਖੁਸ਼ੀਆਂ ਭਾਰਤ ਦੇ ਲੋਕਾਂ ਦੀਆਂ ਖੁਸ਼ੀਆਂ ਹੈ ਨੇ ਜਾਂ ਨਹੀਂ? ਆਓ ਇਹਨਾਂ ਸਾਰੀਆਂ ਗੱਲਾਂ ਤੇ ਅਸੀਂ ਜਾਣਦੇ ਹਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਤੋਂ, ਜਿਹੜੇ ਸਾਨੂੰ ਦੱਸਣਗੇ ਕਿ ਹਾਂ ਜਿਹੜਾ ਭਾਰਤ ਦਾ ਇਹ ਆਜ਼ਾਦੀ ਦਿਹਾੜਾ, ਇਹਦੇ ਵਿੱਚ ਇਸ ਵੇਲੇ ਲੋਕ ਭਾਰਤ ਦੇ ਕੀ ਮਹਿਸੂਸ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਧਰਮ ਤੇ ਰਾਜਨੀਤੀ ਵਿੱਚ। ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਅੱਜ ਆਜ਼ਾਦੀ ਦਿਹਾੜਾ ਹੈ ਤੇ ਕੀ ਅਸਲ ਦੇ ਵਿੱਚ ਇਹ ਆਜ਼ਾਦੀ ਦਿਹਾੜਾ ਲੋਕ ਮਹਿਸੂਸ ਕਰਦੇ ਨੇ ਕਿ ਉਹ ਆਜ਼ਾਦ ਹੋ ਚੁੱਕੇ ਨੇ? ਵੇਖੋ, ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਵੇਖਣਾ ਪੈਂਦਾ ਹੈ ਕਿ ਆਜ਼ਾਦੀ ਨੂੰ ਪਰਿਭਾਸ਼ਿਤ ਕਿਵੇਂ ਕਰਨਾ, ਡਿਫਾਈਨ ਕਿਵੇਂ ਕਰਨਾ ਹੈ। ਜਿੱਥੇ ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ, ਖਾਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਲੋਕਾਂ ਦੀਆਂ ਨੈਤਿਕ ਕਦਰਾਂ ਕੀਮਤਾਂ, ਲੋਕਾਂ ਦੇ ਅਧਿਕਾਰ, ਲੋਕਾਂ ਦੇ ਹੱਕ, ਜਾਂ ਫਿਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਗੱਲ ਹੋਵੇ, ਉੱਥੇ ਤਾਂ ਕਿਹਾ ਜਾਂਦਾ ਹੈ ਕਿ ਸ਼ਾਇਦ ਆਜ਼ਾਦੀ ਹੈ ਜੇਕਰ ਇਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਪ੍ਰਾਪਤ ਹੋਣ। ਪਰ ਜਿੱਥੇ ਕੇਵਲ ਤੇ ਕੇਵਲ ਟਰਾਂਸਫਰਮੇਸ਼ਨ ਆਫ ਪਾਵਰਸ ਦੀ ਗੱਲ ਆਉਂਦੀ ਹੈ ਕਿ ਕੇਵਲ ਤੇ ਕੇਵਲ ਤਾਕਤ ਦੇ ਵਿੱਚ ਤਬਦੀਲੀ ਆਉਂਦੀ ਹੈ, ਲੋਕਾਂ ਦੇ ਜੋ ਹਾਲਾਤ ਨੇ ਉਹ ਪਹਿਲਾਂ ਨਾਲੋਂ ਵੀ ਬਦਤਰ ਹੋ ਜਾਂਦੇ ਨੇ, ਤਾਂ ਮੇਰੇ ਖਿਆਲ ਦੇ ਨਾਲ ਫਿਰ ਇਸ ਨੂੰ ਅਸੀਂ ਆਜ਼ਾਦੀ ਦੇ ਤੌਰ ਤੇ ਪਰਿਭਾਸ਼ਿਤ ਨਹੀਂ ਕਰ ਸਕਦੇ ਕਿ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਇਸ ਖਿੱਤੇ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਰੂਪ ਦੇ ਵਿੱਚ ਆਜ਼ਾਦੀ ਮਿਲੀ ਹੈ। ਕਾਰਨ ਇਹ ਹੈ ਕਿ ਸਰਹੱਦੀ ਖੇਤਰ ਹੋਣ ਕਰਕੇ ਸਭ ਤੋਂ ਵੱਧ ਨੁਕਸਾਨ ਪੰਜਾਬ ਨੇ ਸਹਿਆ ਹੈ। ਉਸ ਤੋਂ ਬਾਅਦ ਜੇਕਰ ਵਧੀਕੀਆਂ ਹੋਈਆਂ ਤੇ ਪੰਜਾਬ ਦੇ ਨਾਲ ਹੋਈਆਂ। ਅਧਿਕਾਰਾਂ ਦੇ ਮੁੱਦੇ ਦੇ ਉੱਪਰ ਜੇਕਰ ਘਾਣ ਹੋਇਆ ਮਨੁੱਖੀ ਹੱਕਾਂ ਦਾ ਤਾਂ ਪੰਜਾਬ ਦੇ ਵਿੱਚ ਹੋਇਆ। ਸੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਤੁਸੀਂ ਇਸ ਸਾਰੇ ਵਰਤਾਰੇ ਨੂੰ ਵੇਖਦੇ ਹੋ ਤਾਂ ਤੁਹਾਡੇ ਸਾਹਮਣੇ ਇੱਕ ਗੱਲ ਹੀ ਆਉਂਦੀ ਹੈ ਕਿ ਜਿਵੇਂ ਇੱਕ ਸੱਤਾ ਦੇ ਉੱਪਰ ਕਾਬਜ ਵਿਅਕਤੀ ਦੇ ਕੋਲੋਂ ਦੂਜੇ ਵਿਅਕਤੀ ਦੇ ਕੋਲ ਸੱਤਾ ਚਲੀ ਗਈ ਆ, ਪਰ ਉਹਦੇ ਵਿੱਚ ਤਬਦੀਲੀ ਕੋਈ ਨਹੀਂ ਹੈ। ਸਗੋਂ ਆ ਜਾ ਕੇ ਜੇਕਰ ਤੁਸੀਂ ਕਿਤੇ ਪੁਰਾਣੇ ਬਜ਼ੁਰਗਾਂ ਨੂੰ ਪੁੱਛਦੇ ਹੋ ਨਾ, ਤੇ ਜਦੋਂ ਉਹ ਅੱਜ ਦੇ ਹਾਲਾਤ ਵੇਖਦੇ ਨੇ ਤਾਂ ਅਕਸਰ ਉਹਨਾਂ ਦਾ ਨਜ਼ਰੀਆ ਇੱਕ ਹੁੰਦਾ ਕਿ ਇਹਦੇ ਨਾਲੋਂ ਤਾਂ ਪੁਰਾਣੇ ਅੰਗਰੇਜ਼ ਹੀ ਚੰਗੇ ਸੀ। ਮਤਲਬ ਤੁਸੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਮਤਲਬ ਲੋਕੀ ਇਹ ਕਹਿੰਦੇ ਕਿ ਸਾਨੂੰ ਇਹੋ ਜਿਹੀ ਆਜ਼ਾਦੀ ਨਾਲੋਂ ਗੁਲਾਮੀ ਚੰਗੀ ਸੀ। ਉਹਦਾ ਕਾਰਨ ਸੀਗਾ ਇੱਕ, ਠੀਕ ਹੈ ਕਿ ਈਸਟ ਇੰਡੀਆ ਕੰਪਨੀ ਨੇ ਆਰਥਿਕ ਤੌਰ ਤੇ ਸਾਰੇ ਦੇਸ਼ ਦੀ ਲੁੱਟ ਖਸੁੱਟ ਕੀਤੀ, ਪਰ ਜਿਹੜੀ ਉਹਨਾਂ ਦਾ ਲੁੱਟ ਖਸੁੱਟ ਦਾ ਨਜ਼ਰੀਆ ਸੀਗਾ ਉਹ ਵੱਡੇ ਭੰਡਾਰਾਂ ਤੱਕ ਸੀਮਤ ਸੀ। ਅੱਜ ਤਾਂ ਰਿਸ਼ਵਤਖੋਰੀ ਜਿਹੜੀ ਆ ਹਰ ਬੰਦੇ ਦੀ ਜੇਬ ਚੋਂ ਪੈਸਾ ਜਾ ਰਿਹਾ। ਉਹਦੇ ਕਰਕੇ ਆਮ ਜਿਹੜੇ ਜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਖਾਸ ਕਰਕੇ ਉਸ ਰਾਜ ਨੂੰ ਵੇਖਿਆ, ਤੇ ਜਦੋਂ ਤੁਸੀਂ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਹੋ ਤੇ ਉਹਨਾਂ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਇਹਦੇ ਨਾਲੋਂ ਤਾਂ ਅੰਗਰੇਜ਼ ਚੰਗੇ ਸੀ, ਕਿਉਂਕਿ ਕਿਤੇ ਨਾ ਕਿਤੇ ਕਾਨੂੰਨ ਸੀ,
ਮੈਂ ਜੇਕਰ ਤੁਸੀਂ ਇੱਕ ਹੋਰ ਗੱਲ ਵੀ ਵੇਖੋ, ਜਿਹੜਾ ਅੱਜ ਦੇ ਸਮੇਂ 'ਚ ਨਾ ਵੇਖਦੇ ਆ ਕਿ ਕੋਈ ਬੰਦਾ ਗੁਨਾਹ ਕਰ ਲੈਂਦਾ ਤੇ ਬਜਾਏ ਕਿ ਉਸਦੇ ਅਦਾਲਤ ਦੇ ਵਿੱਚ ਉਹਦਾ ਗੁਨਾਹ ਸਾਬਤ ਕਰਨ ਤੋਂ ਬਾਅਦ ਉਸਨੂੰ ਸਜ਼ਾ ਦਿੱਤੀ ਜਾਵੇ, ਗੋਲੀ ਮਾਰ ਦਿੱਤੀ ਜਾਂਦੀ ਹੈ। ਬੇਸ਼ੱਕ ਉਹਨਾਂ ਵਕਤਾਂ ਦੇ ਵਿੱਚ ਵੀ ਇੰਜ ਹੋਵੇਗਾ, ਪਰ ਜਿਸ ਤਰ੍ਹਾਂ ਦੇ ਨਾਲ ਮਨੁੱਖੀ ਹੱਕਾਂ ਦਾ ਘਾਣ ਹੁਣ ਹੋ ਰਿਹਾ ਹੈ, ਇਸ ਤਰ੍ਹਾਂ ਦਾ ਮਨੁੱਖੀ ਹੱਕਾਂ ਦਾ ਘਾਣ ਨਹੀਂ ਸੀ ਹੁੰਦਾ। ਇਸ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਖਾਸ ਰਾਜਸੀ ਧਿਰ ਦੇ ਕੋਲੋਂ ਦੂਜੀ ਰਾਜਸੀ ਧਿਰ ਦੇ ਕੋਲ ਤਾਕਤ ਤਾਂ ਆ ਗਈ ਹੈ, ਪਰ ਉਹਦੇ ਵਿੱਚ ਲੋਕਾਂ ਨੂੰ ਰਾਹਤ ਕੋਈ ਨਹੀਂ ਮਿਲੀ। ਜੀ ਬਿਲਕੁਲ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਪੂਰੇ ਦੇਸ਼ ਨੂੰ ਅਸੀਂ ਬਾਅਦ ਵਿੱਚ ਲੈਂਦੇ, ਪਹਿਲੇ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਇੱਕ ਸਰਹੱਦੀ ਇਲਾਕਾ ਜਿਹਦੇ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਸਭ ਤੋਂ ਜ਼ਿਆਦਾ ਇੱਥੇ ਹੋਇਆ। ਜੇ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਕਿ ਪੰਜਾਬ ਦੇ ਲੋਕ, ਘੱਟ ਗਿਣਤੀ ਲੋਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕ ਮਹਿਸੂਸ ਕਰਦੇ ਨੇ ਕਿ ਉਹ ਆਜ਼ਾਦ ਹੋ ਚੁੱਕੇ ਨੇ। ਜੋ ਅੱਜ ਦੇਸ਼ ਵਿੱਚ ਪੰਜਾਬ ਦੇ ਕਿਸਾਨਾਂ ਦੇ ਹਾਲਾਤ ਚੱਲ ਰਹੇ ਨੇ ਉਸ ਦੇ ਮੱਦੇਨਜ਼ਰ ਵੇਖੋ, ਖਾਸ ਕਰਕੇ ਜਦੋਂ 15 ਅਗਸਤ 1947 ਦੀ ਗੱਲ ਆਉਂਦੀ ਹੈ ਤਾਂ ਜਿਸ ਤਰ੍ਹਾਂ ਤੁਸੀਂ ਆਰੰਭ ਦੇ ਵਿੱਚ ਕਿਹਾ ਸੀ ਕਿ ਕਿਤੇ ਨਾ ਕਿਤੇ ਦੇਸ਼ ਦਾ ਇੱਕ ਵਰਗ ਜਿਹੜਾ ਹੁੰਦਾ ਤਿਰੰਗੇ ਝੰਡੇ ਲਹਿਰਾ ਰਿਹਾ ਹੁੰਦਾ, ਖੁਸ਼ੀ ਦੇ ਨਾਲ ਮਨਾ ਰਿਹਾ ਹੁੰਦਾ, ਪਰ ਉਹਦੇ ਨਾਲ ਦੁਨੀਆ ਦਾ ਸਭ ਤੋਂ ਵੱਡਾ ਇੱਕ ਸੰਤਾਪ ਪੰਜਾਬ ਨੇ ਭੋਗਿਆ। ਇਹ ਨਹੀਂ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਦੇਸ਼ਾਂ ਦੀਆਂ ਵੰਡਾਂ ਨਹੀਂ ਹੋਈਆਂ ਜਾਂ ਦੇਸ਼ਾਂ ਦੇ ਝਗੜੇ ਨਹੀਂ ਹੋਏ ਜਾਂ ਫਿਰ ਜਨਸੰਖਿਆ ਤੋਂ ਇੱਕ ਪਾਸੇ ਤੋਂ ਦੂਜੇ ਪਾਸੇ ਹਿਜਰਤ ਨਹੀਂ ਕਰਨੀ ਪਈ, ਪਰ 15 ਲੱਖ ਤੋਂ ਲੈ ਕੇ 20 ਲੱਖ ਲੋਕਾਂ ਦਾ ਕਤਲੇਆਮ ਹੋ ਜਾਣਾ ਕੁਛ ਦਿਨਾਂ ਦੇ ਵਿੱਚ। ਉਹ ਲੋਕ ਜਿਹੜੇ ਆਂਢ ਗੁਆਂਢ ਦੇ ਵਿੱਚ ਵਸਦੇ ਸੀ, ਉਹ ਚਾਹੇ ਸਿੱਖ ਭਾਈਚਾਰਾ ਸੀ ਚਾਹੇ ਮੁਸਲਮਾਨ ਭਾਈਚਾਰਾ ਸੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਵੰਡ ਦਾ ਸੰਤਾਪ ਭੋਗਿਆ ਤੇ ਉਹ ਪੰਜਾਬ ਨੇ ਭੋਗਿਆ ਜਾਂ ਫਿਰ ਬੰਗਾਲ ਦੀ ਵੰਡ ਹੋਈ ਹੈ, ਹਿੰਦੁਸਤਾਨ ਦੀ ਵੰਡ ਤਾਂ ਹੋਈ ਨਹੀਂ। ਸੋ ਕਹਿਣਾ ਕਿ ਦੇਸ਼ ਦੀ ਪਾਰਟੀਸ਼ਨ ਹੋਈ ਆ, ਇਹ ਤੇ ਮੈਨੂੰ ਲੱਗਦਾ ਹੈ ਕਿ ਕਿਸੇ ਨਾ ਕਿਸੇ ਰੂਪ 'ਚ ਇੱਕ ਬਹੁਤ ਵੱਡਾ ਝੂਠ ਹੈ। ਦੇਸ਼ ਦੀ ਪਾਰਟੀਸ਼ਨ ਨਹੀਂ ਹੋਈ, ਪੰਜਾਬ ਦੀ ਪਾਰਟੀਸ਼ਨ ਹੋਈ, ਵੰਡ ਪੰਜਾਬ ਦੀ ਹੋਈ ਹੈ ਤੇ ਉਸ ਵੰਡ ਦੇ ਵਿੱਚ ਸਭ ਤੋਂ ਵੱਧ ਜਿਹੜਾ ਸੰਤਾਪ ਹੈ ਉਹ ਪੰਜਾਬ ਨੇ ਹੰਢਾਇਆ। ਸੋ ਚਾਹੀਦਾ ਤਾਂ ਇਹ ਸੀ ਕਿ ਜਿਸ ਧਿਰ ਨੇ ਸੰਤਾਪ ਹੰਢਾਇਆ ਉਸ ਧਿਰ ਨੂੰ ਕੋਈ ਨਾ ਕੋਈ ਰਿਆਇਤ ਦਿੱਤੀ ਜਾਂਦੀ, ਪਰ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਅਧਿਕਾਰਾਂ ਦੀ ਗੱਲ ਹੋਵੇ, ਪੰਜਾਬ ਦੇ ਵਿੱਚ ਘੱਟ ਗਿਣਤੀ ਕੌਮੀਅਤ ਦੀ ਗੱਲ ਹੋਵੇ, ਹਰ ਪਾਸੇ ਜਦੋਂ ਪੰਜਾਬ ਦੇ ਨਾਲ ਇੱਕ ਖਾਸ ਧਿਰ ਦੇ ਵੱਲੋਂ ਕੇਂਦਰ ਦੀ ਸੱਤਾ ਦੇ ਉੱਪਰ ਕਾਬਜ਼ ਹੋਣ ਤੋਂ ਬਾਅਦ ਧੋਖੇ ਕੀਤੇ ਜਾਂਦੇ ਨੇ, ਤਾਂ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਜਿਹੜਾ 47 ਵਾਲਾ ਦਰਦ ਹੈ ਉਹ ਹੋਰ ਜ਼ਿਆਦਾ ਮਹਿਸੂਸ ਹੁੰਦਾ ਹੈ ਕਿ ਅਸੀਂ ਤਾਂ ਇੰਨਾ ਕੁਛ ਬਰਦਾਸ਼ਤ ਕੀਤਾ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, ਜਾਇਦਾਦਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ, ਲੋਕਾਂ ਨੇ, ਬਹੁਤ ਲੋਕ ਨੇ ਜਿਹੜੇ ਜਾਇਦਾਦਾਂ ਕਰਕੇ ਦੂਸਰੇ ਪਾਸੇ ਰਹਿ ਗਏ। ਕਿੰਨੀ ਮਤਲਬ ਕਿ 10 ਲੱਖ ਤੋਂ ਵੱਧ, ਮਤਲਬ ਕਿ ਇਹ ਕੋਈ ਅਧਿਕਾਰਤ ਜਾਂ ਗਿਣਤੀ ਨਹੀਂ ਹੈ, ਅਣਅਧਿਕਾਰਤ ਤੌਰ ਤੇ ਜਿਹੜੇ ਸਰੋਤ ਦੱਸਦੇ ਨੇ ਕਿ 10 ਲੱਖ ਤੋਂ ਵੱਧ ਬੱਚੀਆਂ ਦੇ ਨਾਲ ਬਲਾਤਕਾਰ, 15 ਲੱਖ ਤੋਂ ਵੱਧ ਕਤਲ ਔਰ ਕਰੋੜਾਂ ਦੀ ਅਰਬਾਂ ਦੀ ਜਾਇਦਾਦ, ਤੇ ਇਹਦੇ ਬਾਵਜੂਦ ਵੀ ਉਸ ਕੌਮੀਅਤ ਨੂੰ ਕੋਈ ਰਿਆਇਤ ਨਹੀਂ ਮਿਲਦੀ। ਤੇ ਮੈਨੂੰ ਲੱਗਦਾ ਕਿ ਉਹਦੇ ਵਾਸਤੇ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਦਾ ਸਫ਼ਰ ਹੁੰਦਾ ਹੈ। ਜੀ, ਤੁਸੀਂ ਗੱਲ ਕੀਤੀ ਹੈ ਕਤਲੋ-ਗਾਰਤ ਦੀ, ਕਿ ਤੁਹਾਨੂੰ ਲੱਗਦਾ ਹੈ ਕਿ ਉਸ ਟਾਈਮ ਦੇ ਵਿੱਚ ਜਿਹੜਾ ਇੰਨਾ ਕਤਲੇਆਮ ਹੋਇਆ ਉਸ ਨੂੰ ਰੋਕਿਆ ਜਾ ਸਕਦਾ ਸੀ? ਵੇਖੋ, ਉਹਦੇ 'ਚ 2-3 ਗੱਲਾਂ ਨੇ। ਜੇਕਰ ਕਤਲੇਆਮ ਰੋਕਣ ਦੀ ਅਸੀਂ ਗੱਲ ਕਰਦੇ ਹਾਂ, ਕੀ ਉਹ ਰੋਕਿਆ ਜਾ ਸਕਦਾ ਸੀ? ਉਹਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੇਕਰ ਦੁਨੀਆ ਦੇ ਪੱਧਰ ਦੇ ਉੱਪਰ ਜਿਹੜੇ ਹੋਰ ਵੀ ਕਈ ਦੇਸ਼ਾਂ ਦੀ ਵੰਡ ਹੋਈ ਹੈ ਜਾਂ ਇਹੋ ਜਿਹੇ ਵਰਤਾਰੇ ਵਾਪਰੇ ਨੇ, ਜੇਕਰ ਉਸ ਨਜ਼ਰੀਏ ਤੋਂ ਵੇਖੀਏ ਤਾਂ ਇੰਝ ਲੱਗਦਾ ਹੈ ਕਿ ਸ਼ਾਇਦ ਇਸ ਨੂੰ ਰੋਕਿਆ ਜਾ ਸਕਦਾ ਸੀ। ਪਰ ਜਿਹੜੀ ਉਸ ਸਮੇਂ ਦੀ ਇਸ ਖਿੱਤੇ ਦੇ ਲੋਕਾਂ ਦੀ ਮਾਨਸਿਕਤਾ ਹੈ, ਤੁਹਾਨੂੰ ਉਹਦਾ ਅਧਿਐਨ ਜਿਹੜਾ ਉਹ ਕਰਨਾ ਪਵੇਗਾ। ਅੱਜ ਦੇ ਸਮੇਂ 'ਚ ਅਸੀਂ ਕਹਿ ਸਕਦੇ ਹਾਂ ਕਿ ਹਾਂ, ਇਸ ਚੀਜ਼ ਨੂੰ ਸ਼ਾਇਦ ਰੋਕਿਆ ਜਾ ਸਕਦਾ ਸੀ, ਪਰ ਜੇਕਰ ਤੁਸੀਂ ਸਮੁੱਚੀ ਮਾਨਸਿਕਤਾ ਦਾ ਅਧਿਐਨ ਕਰਨਾ ਹੈ ਤਾਂ ਇਤਿਹਾਸ ਦੇ ਵਿੱਚ ਬਹੁਤ ਸਾਰੇ ਉਸ ਮਾਨਸਿਕਤਾ ਦੇ ਅੰਸ਼ ਪਏ ਨੇ। ਹੁਣ ਮਿਸਾਲ ਦੇ ਤੌਰ ਤੇ ਕਤਲੇਆਮ 2 ਧਿਰਾਂ ਦਾ ਹੋ ਰਿਹਾ, ਜਾਂ ਮੁਸਲਮਾਨਾਂ ਦਾ ਹੋ ਰਿਹਾ ਜਾਂ ਸਿੱਖਾਂ ਦਾ ਹੋ ਰਿਹਾ। ਉਹਦੇ ਵਿੱਚ ਸਭ ਤੋਂ ਵੱਡੀ ਅਹਿਮ ਗੱਲ ਤੇ ਜਿਹਦੇ ਮਾਨਸਿਕਤਾ ਨੂੰ ਸਮਝਦੀ ਹੋਏ ਤੇ ਮਹਾਤਮਾ ਗਾਂਧੀ ਦੇ ਪੋਤਰੇ ਜਿਹੜਾ ਹੈਗਾ ਰਾਜਗੋਪਾਲ ਗਾਂਧੀ, ਉਸ ਦੀ ਇੱਕ ਕਿਤਾਬ ਸੀ, ਉਹਨੇ ਇੱਕ ਗੱਲ ਕਹੀ ਸੀ ਕਿ ਮੇਰੀ ਸਮਝ ਦੇ ਵਿੱਚ ਕਹਿੰਦਾ ਇਹ ਗੱਲ ਬੜੀ ਔਖੀ ਉਤਰਦੀ ਹੈ ਕਿ ਕੇਵਲ 15% ਸਿੱਖਾਂ ਨੇ ਇੰਨੇ ਵੱਡੇ ਇਲਾਕੇ ਦੇ ਉੱਪਰ ਰਾਜ ਕਿਵੇਂ ਕਰ ਲਿਆ। ਸੋ ਉਹ ਰਾਜ ਕਿਵੇਂ ਕੀਤਾ, ਉਹਦੇ ਵਾਸਤੇ ਸਿੱਖ ਮਾਨਸਿਕਤਾ ਨੂੰ ਸਮਝਣਾ ਪਵੇਗਾ। ਉਹ ਜਿਹੜੀ ਮਾਨਸਿਕਤਾ ਉਹ ਸਿੱਖ ਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਸੰਦੇਸ਼ ਦਿੱਤੀ ਹੈ ਕਿ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਕਿ ਮੈਂ ਗੁਲਾਮੀ ਦਾ ਜੀਵਨ ਸਵੀਕਾਰ ਨਹੀਂ ਕਰਦਾ। ਸੋ ਰਾਜ ਸਿੱਖ ਦੀ ਉਸ ਮਾਨਸਿਕਤਾ 'ਚੋਂ ਆ ਰਿਹਾ ਕਿ ਉਹ ਗੁਲਾਮੀ ਸਵੀਕਾਰ ਨਹੀਂ ਕਰਦਾ। ਹੁਣ ਜਿੱਥੋਂ ਤੱਕ ਅਸੀਂ ਗੱਲ ਕਰਦੇ ਹਾਂ ਇਸ ਬਹੁਤ ਵੱਡੇ ਕਤਲੇਆਮ ਦੀ, ਤਾਂ ਇੱਕ ਸਦੀ ਦੇ ਵਿੱਚ ਜਿਹੜੇ ਟਕਰਾਅ ਹੋਏ ਨੇ, ਜਿਹੜਾ ਮੁਗਲਾਂ ਦੇ ਸਮੇਂ ਤਕਰੀਬਨ ਤੁਸੀਂ ਇਹ ਵੇਖ ਲਓ ਕਿ ਜੇ ਹੋਰ ਵੀ ਪਿੱਛੇ ਚਲੇ ਜਾਈਏ ਤੇ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋ ਜਾਂਦਾ। ਉਹਦੇ ਵਿੱਚ ਜਿਹੜਾ ਮੁਗਲਾਂ ਦੇ ਨਾਲ, ਜਿਹੜਾ ਤੁਰਕਾਂ ਦੇ ਨਾਲ, ਜਾਂ ਜਿਹੜਾ ਰਣਜੀਤ ਸਿੰਘ ਦੇ ਰਾਜ
ਦੇ ਸਮੇਂ ਦੇ ਵਿੱਚ ਪਠਾਣਾਂ ਦੇ ਨਾਲ, ਜਿਹੜੇ ਇੱਧਰ ਦੇ ਨੇ ਅਫਗਾਨ ਦੇ, ਉਹਨਾਂ ਦੇ ਨਾਲ ਜਿਹੜੇ ਟਕਰਾਅ ਹੋਏ ਨੇ ਸਾਡੇ, ਉਹਦੇ ਨਾਲ ਜਿਹੜੀ ਦੋ ਧਿਰਾਂ ਦੀ ਮਾਨਸਿਕਤਾ ਦੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਸੀ ਨਾ, ਇਸ ਸਮੇਂ ਦੇ ਵਿੱਚ ਉਹ ਵੀ ਉੱਭਰ ਕੇ ਸਾਹਮਣੇ ਆਈ। ਪਰ ਜਦੋਂ ਦੋ ਧਿਰਾਂ ਦੇ ਵਿੱਚ ਨਫ਼ਰਤ ਉੱਭਰ ਕੇ ਸਾਹਮਣੇ ਆਉਂਦੀ ਹੈ, ਕਿਤੇ ਨਾ ਕਿਤੇ ਸਦੀਆਂ ਤੋਂ ਉਹਨਾਂ 'ਚ ਜਿਹੜਾ ਟਕਰਾਅ ਚੱਲਦਾ ਆ ਰਿਹਾ। ਹੁਣ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਖਿਆਲ ਨਾਲ 80% ਸਿੱਖ ਅੱਜ ਵੀ ਨਹੀਂ ਜਾਣਦਾ ਕਿ ਮੁਸਲਮਾਨ ਦੇ ਵਿੱਚ ਤੇ ਮੁਗਲ ਦੇ ਵਿੱਚ ਵੀ ਅੰਤਰ ਹੈ, ਵੀ ਉਹ ਮੰਗੋਲੀਅਨ ਲੋਕ ਸੀ ਜਿਨ੍ਹਾਂ ਨੇ ਇਸਲਾਮ ਨੂੰ ਧਾਰਨ ਕੀਤਾ, ਤੇ ਬਾਬਰ ਤੋਂ ਲੈ ਕੇ ਤੇ ਬਹਾਦਰ ਸ਼ਾਹ ਜ਼ਫਰ ਤੱਕ ਉਹ ਲੋਕ ਕਾਬਜ਼ ਰਹੇ ਨੇ। ਸੋ ਉਹਦੇ 'ਚ ਅਸੀਂ ਸਾਰੇ ਮੁਸਲਮਾਨਾਂ ਨੂੰ ਦੋਸ਼ੀ ਤਾਂ ਨਹੀਂ ਕਹਿ ਸਕਦੇ, ਪਰ ਜਦੋਂ ਕਹਿ ਸਕਦੇ ਹਾਂ ਕਿ ਇਹ ਲੋਕਾਂ ਦੇ ਵਿੱਚ ਇੱਕ ਮਾਨਸਿਕਤਾ ਦੇ ਵਿੱਚ ਨਹੀਂ ਹੁੰਦੀ, ਜਦੋਂ ਮੌਬ ਮੋਬਿਲਿਟੀ ਬਣ ਜਾਂਦੀ ਹੈ ਕਿ ਇੱਕ ਬਹੁਤ ਵੱਡੀ ਭੀੜ ਦੇ ਰੂਪ 'ਚ ਲੋਕ ਜਿਹੜੇ ਨੇ ਕਿਸੇ ਖਾਸ ਗੱਲ ਦੇ ਉੱਪਰ ਕੇਂਦਰਿਤ ਹੋ ਜਾਂਦੇ ਨੇ, ਤੇ ਉਦੋਂ ਫਿਰ ਛੋਟੇ ਮੋਟੇ ਨੁਕਤੇ ਜਿਹੜੇ ਨੇ ਉਹ ਵਿਚਾਰੇ ਨਹੀਂ ਜਾਂਦੇ। ਸੋ ਪਹਿਲੀ ਗੱਲ ਤੇ ਇਹ ਕਿ ਦੋਹਾਂ ਧਿਰਾਂ ਦੇ ਵਿੱਚ ਜਦੋਂ ਟਕਰਾਅ ਦੇ ਕਾਰਨ ਅਤੀਤ ਦੇ ਵਿੱਚ ਪਏ, ਹੁਣ ਉਹਨਾਂ ਦੇ ਇਤਿਹਾਸ ਦੇ ਵਿੱਚ ਟਕਰਾਅ ਦੇ ਕਾਰਨ ਮੌਜੂਦ ਨੇ, ਤੇ ਜਿਹੜੇ ਉਹਨਾਂ ਕਾਰਨਾਂ ਤੋਂ ਉਹਨਾਂ ਨੂੰ ਬਚਾ ਸਕਦੇ ਨੇ ਉਹ ਇੱਕ ਤਾਂ ਛੱਡ ਕੇ ਜਾ ਰਹੇ ਨੇ ਤੇ ਦੂਜੇ ਕਾਬਜ਼ ਹੋ ਰਹੇ ਨੇ। ਤੇ ਜਿਹੜੇ ਕਾਬਜ਼ ਹੋ ਰਹੇ ਨੇ ਉਹਨਾਂ ਦੇ ਵਾਸਤੇ ਵੀ ਫਾਇਦੇਮੰਦ ਇਹੀ ਹੈ ਕਿ ਜੇਕਰ ਸਰਹੱਦ ਦੇ ਉੱਪਰ ਇਸ ਟਕਰਾਅ ਦੇ ਵਿੱਚੋਂ ਹਮੇਸ਼ਾ ਵਾਸਤੇ ਦੁਸ਼ਮਣੀ ਪੈਦਾ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਸਟੇਟ ਦੇ ਵਾਸਤੇ ਜਿਹੜੀ ਇੱਧਰ ਵਾਲੀ ਧਿਰ ਹੈ ਉਹ ਹਮੇਸ਼ਾ ਸਾਡੇ ਨਾਲ ਖੜੀ ਹੋਵੇਗੀ। ਸੋ ਇਸ ਕਰਕੇ ਇਸ ਕਤਲੇਆਮ ਨੂੰ ਰੋਕਣ ਦਾ ਕੋਈ ਯਤਨ ਕੀਤਾ ਹੀ ਨਹੀਂ ਗਿਆ। ਰੋਕਿਆ ਜਾ ਸਕਦਾ ਸੀ ਪਰ ਯਤਨ ਨਹੀਂ ਕੀਤਾ ਗਿਆ। ਯਤਨ ਹੀ ਨਹੀਂ ਕੀਤਾ ਗਿਆ ਕਿਉਂਕਿ ਬਹੁਤ ਸਾਰੀਆਂ ਐਸੀਆਂ ਧਿਰਾਂ ਸੀ, ਬ੍ਰਿਟਿਸ਼ ਜਾਂ ਉਸ ਤੋਂ ਬਾਅਦ ਹਿੰਦੁਸਤਾਨ ਤੇ ਕਾਬਜ਼ ਹੋਣ ਵਾਲੇ ਲੋਕ ਐਸੀ ਧਿਰ ਸੀ ਜੇਕਰ ਸਮਝਦਾਰੀ ਤੋਂ ਕੰਮ ਲੈਂਦੇ। ਪਰ ਮੈਨੂੰ ਇੰਝ ਲੱਗਦਾ ਹੈ ਕਿ ਇਹ ਕਤਲੇਆਮ ਵੀ ਉਹਨਾਂ ਦੇ ਹਿੱਤਾਂ ਦੇ ਵਿੱਚ ਜਾਂਦਾ ਸੀ। ਇੱਕ ਤਾਂ ਜਿਹੜੀ ਕੌਮ, ਸਿੱਖਾਂ ਵਰਗੀ ਕੌਮ 15% ਤੋਂ ਘੱਟ ਜਨਸੰਖਿਆ ਦੇ ਨਾਲ ਵੱਡੇ ਖਿੱਤੇ ਦੇ ਉੱਪਰ ਦਾਅਵੇਦਾਰ ਬਣੀ ਬੈਠੀ ਸੀ, ਉਹਦਾ 15 ਲੱਖ ਹੋਰ ਘੱਟ ਜਾਣਾ ਵੀ ਉਸ ਹਕੂਮਤ ਦੀ ਧਿਰ ਦੇ ਵਿੱਚ ਜਾਂ ਉਸ ਦੇ ਹਿੱਤ ਦੇ ਵਿੱਚ ਜਾਂਦਾ ਸੀ। ਸੋ ਇਸ ਕਰਕੇ ਯਤਨ ਹੀ ਨਹੀਂ ਕੀਤਾ ਗਿਆ। ਤੇ ਪੰਜਾਬ ਦੇ ਲੋਕਾਂ ਨੇ, ਅਸੀਂ ਕਹਿੰਦੇ ਹਾਂ ਕਿ ਕੁਰਬਾਨੀਆਂ ਦਿੱਤੀਆਂ, ਸਾਰੀ ਦੁਨੀਆ ਜਾਣਦੀ ਹੈ ਕਿ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਾ ਇਤਿਹਾਸ ਇਹ ਪੰਜਾਬ ਦੇ ਲੋਕਾਂ ਦਾ ਹੀ ਹੈ। ਤਾਂ ਉਸ ਅਨੁਪਾਤ ਦੇ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ ਇਨਸਾਫ ਮਿਲਿਆ? ਵੇਖੋ, ਜਦੋਂ ਪੰਜਾਬ ਦੇ ਖਾਸ ਕਰਕੇ ਸਿੱਖ ਲੋਕ ਆਜ਼ਾਦੀ ਦੀ ਗੱਲ ਕਰਦੇ ਨੇ ਤਾਂ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਪਹਿਲੀ ਗੱਲ ਤਾਂ ਸੁੱਤੇ ਸਿੱਧੀ, ਕਿਉਂਕਿ ਬੇਸ਼ੱਕ ਸਾਨੂੰ ਅਕੈਡਮਿਕ ਲੈਵਲ 'ਤੇ ਉਹ ਪੜ੍ਹਾਇਆ ਨਹੀਂ ਜਾਂਦਾ, ਪਰ ਕਿਤੇ ਨਾ ਕਿਤੇ ਅੱਜ ਦੇ ਨੌਜਵਾਨਾਂ ਨੂੰ ਵੀ ਜਦੋਂ ਵੱਖ-ਵੱਖ ਕਿਤਾਬਾਂ 'ਚੋਂ ਪੜ੍ਹਨ ਦਾ ਮੌਕਾ ਮਿਲਦਾ ਹੈ ਤੇ ਉਹਦੀ ਮਾਨਸਿਕਤਾ ਦੇ 'ਚ ਇਹ ਗੱਲ ਤਾਂ ਆਉਂਦੀ ਹੈ ਨਾ ਕਿ ਜੇ 121 ਲੋਕ ਫਾਂਸੀਆਂ 'ਤੇ ਚੜ੍ਹਦੇ ਨੇ ਤੇ 93 ਸਿੱਖ ਨੇ, ਇੰਨੇ ਜੇਲ੍ਹਾਂ 'ਚ ਜਾਂਦੇ ਨੇ, ਇੰਨੇ ਸਿੱਖ ਨੇ, ਜਦੋਂ ਆ ਜਾ ਕੇ ਉਹ ਸਾਰਾ ਅਨੁਪਾਤ ਵੇਖਦਾ ਹੈ ਕਿ 2% ਜਿਸ ਕੌਮ ਦੀ ਗਿਣਤੀ ਨਹੀਂ ਹੈਗੀ ਉਹ ਕੁਰਬਾਨੀਆਂ ਕਰ ਰਹੀ ਹੈ 90%, ਤੇ ਜਿਨ੍ਹਾਂ ਨੇ 2% ਵੀ ਕੁਰਬਾਨੀਆਂ ਨਹੀਂ ਕੀਤੀਆਂ ਉਹ ਰਾਜ ਕਰ ਰਹੇ ਨੇ 90% ਉੱਪਰ, ਹੈ ਨਾ। ਸੋ ਉਹ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਹੋ ਕਿ ਉਹਦੇ ਵਿੱਚ ਜਦੋਂ ਸਿੱਖ ਵੇਖਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਅੰਦਰ ਇਹ ਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਦੇ ਨਾਲ 47 ਦੇ ਵਿੱਚ ਉਹਨਾਂ ਦਾ ਉਜਾੜਾ ਹੋਇਆ ਤੇ ਉਹਦੇ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ, ਹੁਣ ਜੇ ਤੁਸੀਂ, ਮੈਂ ਪਹਿਲਾਂ ਗੱਲ ਕੀਤੀ ਸੀ ਟਰਾਂਸਫਰਮੇਸ਼ਨ ਆਫ ਪਾਵਰਸ ਦੀ, ਜਿਹੜੀ ਪਾਵਰ ਟਰਾਂਸਫਰ ਦੀ ਗੱਲ ਆ, ਤੁਸੀਂ ਉਹਦੇ 'ਚ ਵੇਖੋ ਤਾਂ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜੀਆਂ ਅੰਗਰੇਜ਼ਾਂ ਦੇ ਨਾਲ ਲੜਾਈਆਂ ਹੁੰਦੀਆਂ ਨੇ, ਜਾਂ ਫਿਰ ਉਹਦੇ ਤੋਂ ਬਾਅਦ ਬਾਬਾ ਮਹਾਰਾਜ ਸਿੰਘ ਜਿਹੜੇ ਨੇ ਉਹ ਆਜ਼ਾਦੀ ਦਾ ਸੰਘਰਸ਼ ਸ਼ੁਰੂ ਕਰਦੇ ਨੇ, ਉਦੋਂ ਜਿਹੜੀ ਆਜ਼ਾਦੀ ਦੀ ਗੱਲ ਆ ਉਹ ਕੇਵਲ ਤੇ ਕੇਵਲ ਪੰਜਾਬ ਤੱਕ ਸੀਮਤ ਹੈ, ਕਿਉਂਕਿ ਪੰਜਾਬ ਉਦੋਂ ਇੱਕ ਦੇਸ਼ ਹੈ। ਜਦੋਂ ਤੁਸੀਂ ਸ਼ਾਹ ਮੁਹੰਮਦ ਨੂੰ ਵੀ ਪੜ੍ਹਦੇ ਹੋ ਤਾਂ ਉਹ ਵੀ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਸੋ ਹਿੰਦ ਤੇ ਪੰਜਾਬ ਦੇ ਵਿੱਚ, ਕਿਉਂਕਿ ਹਿੰਦ ਦੇ ਉੱਪਰ ਅੰਗਰੇਜ਼ ਕਾਬਜ਼ ਨੇ, ਪੰਜਾਬ ਦੇ ਉੱਪਰ ਜਿਹੜੇ ਸਿੱਖ ਕਾਬਜ਼ ਨੇ, ਸੋ ਉਸ ਜੰਗ ਦੇ ਵਿੱਚ ਵੀ ਜਦੋਂ ਤੁਸੀਂ ਵੇਖਦੇ ਹੋ ਤੇ ਪੰਜਾਬ ਦੀ ਇੱਕ ਵੱਖਰੀ ਜਿਹੜੀ ਹੋਂਦ ਆ ਉਹ ਸਾਹਮਣੇ ਆਉਂਦੀ ਹੈ। ਸੋ ਉਹ ਪੰਜਾਬ ਦੇ ਲੋਕ ਜਦੋਂ ਇਸ ਸਮੁੱਚੇ ਦੇਸ਼ ਦੇ ਵਾਸਤੇ ਇੰਨੀਆਂ ਜ਼ਿਆਦਾ ਕੁਰਬਾਨੀਆਂ ਕਰਦੇ ਨੇ, ਉਹ ਚਾਹੇ ਕਰਤਾਰ ਸਿੰਘ ਸਰਾਭੇ ਦੀ ਗੱਲ ਹੋਵੇ, ਊਧਮ ਸਿੰਘ ਦੀ ਗੱਲ ਹੋਵੇ, ਭਗਤ ਸਿੰਘ ਦੀ ਗੱਲ ਹੋਵੇ, ਗਦਰ ਲਹਿਰ ਦੀ ਗੱਲ ਹੋਵੇ, ਕਾਮਾ ਗਾਟਾ ਮਾਰੂ ਦੀ ਗੱਲ ਹੋਵੇ, ਜਾਂ ਫਿਰ ਨਾਮਧਾਰੀ ਲਹਿਰ ਦੀ ਗੱਲ ਹੋਵੇ, ਵੀ ਜਿੰਨੀਆਂ ਲਹਿਰਾਂ ਉੱਠਦੀਆਂ ਨੇ ਉਹਦੇ 'ਚ ਸਭ ਤੋਂ ਵੱਧ ਉਹ ਖੂਨ ਡੋਲਦੇ ਨੇ। ਪਰ ਉਹਦੇ ਬਾਅਦ ਜਿਹੜੀ ਪ੍ਰਾਪਤੀ ਆ ਕੋਈ ਨਹੀਂ, ਕਿ ਈਵਨ ਇੱਥੋਂ ਤੱਕ ਕਿ ਆਜ਼ਾਦ ਹੁੰਦਾ ਹੈ ਦੇਸ਼ ਤਾਂ ਸਰਕੂਲਰ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਜਰਾਇਮ ਪੇਸ਼ਾ ਕੌਮ ਹੈ ਜਿਹੜੇ ਸਿੱਖ ਨੇ। ਸੋ ਇਵੇਂ ਦੇ ਜਿਹੜੇ ਵਸਾਘਾਤ ਨੇ, ਉੱਥੇ ਆ ਕੇ ਸਿੱਖ ਕੌਮ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਨਾਲ ਇੱਕ ਬਹੁਤ ਵੱਡਾ ਵਸਾਘਾਤ ਹੋਇਆ, ਕਿ ਜਿੰਨੀਆਂ ਕੁਰਬਾਨੀਆਂ, ਜਿੰਨੀਆਂ ਸ਼ਹਾਦਤਾਂ ਦਿੱਤੀਆਂ, ਉਹਦੇ ਮੁਤਾਬਕ ਉਹਨਾਂ ਨੂੰ ਰਾਇਤ ਨਹੀਂ ਮਿਲੀ। ਉਹਦੇ ਪਿੱਛੇ ਹੁਣ ਤੁਸੀਂ ਇੱਕ ਹੋਰ ਕਾਰਨ ਵੇਖੋਗੇ ਤੇ ਜਨਸੰਖਿਆ ਦੇ 'ਚ ਬਹੁਤ ਵੱਡੀ ਗੱਲ ਹੁੰਦੀ ਹੈ, ਕਿਉਂਕਿ ਜਨਸੰਖਿਆ ਬਹੁਤ ਘੱਟ ਸੀ ਤੇ ਜਿਹੜੀਆਂ ਬ੍ਰਿਟਿਸ਼ ਦੇ ਵੱਲੋਂ ਰਿਆਇਤਾਂ ਜਾਂ ਫਿਰ ਜਿਹੜੇ ਕਹਿ ਸਕਦੇ ਹੋ ਕਿ ਰਾਜਸੀ ਹਕੂਕ ਦਿੱਤੇ ਗਏ ਉਹ ਅਕੋਰਡਿੰਗ ਟੂ ਪਾਪੂਲੇਸ਼ਨ ਦਿੱਤੇ ਗਏ, ਤੇ ਸਾਡੀ ਜਨਸੰਖਿਆ ਬਹੁਤ ਘੱਟ ਸੀ। ਪਰ ਜਿਸ ਚੀਜ਼ ਦੇ
ਕਹਿ ਸਕਦੇ ਹੋ ਕਿ ਆਧਾਰਿਤ ਅਸੀਂ ਰਾਜ ਕੀਤਾ ਸੀਗਾ, ਉਹ ਸਾਡਾ ਫਲਸਫਾ ਗੁਰਬਾਣੀ ਦੇ ਵਿੱਚ ਪਿਆ ਸੀ। ਉਹਦੇ 'ਚ ਜਨਸੰਖਿਆ ਦੀ ਗੱਲ ਨਹੀਂ ਸੀ, ਉਹਦੇ 'ਚ ਸਿਰਾਂ ਦੀ ਗਿਣਤੀ ਦੀ ਗੱਲ ਨਹੀਂ ਸੀ, ਉਹ 'ਚ ਸਿਰ ਦੇਣ ਦੀ ਗੱਲ ਸੀ। ਸੋ ਉਹਦੇ ਕਰਕੇ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ ਜਿਸ ਅਨੁਪਾਤ ਦੇ ਵਿੱਚ ਅਸੀਂ ਸ਼ਹਾਦਤਾਂ ਦਿੱਤੀਆਂ, ਸਾਨੂੰ ਰਾਇਤਾਂ ਉਸ ਅਨੁਪਾਤ ਦੇ ਵਿੱਚ ਨਹੀਂ ਮਿਲੀਆਂ। ਤੇ ਆਜ਼ਾਦੀ ਦਿਹਾੜਾ ਜਿਹੜਾ ਕੀ ਕਾਰਨ ਕੀ ਹੈ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਇਹ ਮਹਿਸੂਸ ਨਹੀਂ ਹੁੰਦਾ ਕਿ ਉਹ ਆਜ਼ਾਦ ਹੋ ਗਏ ਨੇ? ਕੀ ਸਮੱਸਿਆ ਦਾ ਮੂਲ ਕਾਰਨ ਹੈ? ਤੁਸੀਂ ਅੱਜ ਵੀ ਵੇਖ ਲਓ, ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਦੇ ਵਿੱਚ ਤਾਂ ਬਾਰ-ਬਾਰ ਜਦੋਂ ਪੰਜਾਬ ਤੋਂ ਸਿੱਖ ਚੱਲਦਾ ਵੀ ਆ ਤਾਂ ਉਹ ਖਾਸ ਕਰਕੇ ਜਿਹੜੇ ਇਸ ਵਾਰੀ ਗਾਣੇ ਵੀ ਸੀਗੇ ਕਿ ਦਿੱਲੀ ਏ ਤੇਰੀ ਹਲਕ 'ਚ ਫਾਨਾ ਧੱਕਾਂਗੇ, ਹੈ ਨਾ, ਉਹ ਜਿਹੜਾ ਪੰਜਾਬ ਦੇ ਵਿੱਚ ਇਵੇਂ ਦਾ ਸੰਗੀਤ ਆ ਉਹ ਨੌਜਵਾਨੀ ਨੂੰ ਉਤਸ਼ਾਹਿਤ ਕਿਉਂ ਕਰਦਾ ਹੈ? ਕਿਉਂਕਿ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇਹ ਗੱਲ ਬਹਿ ਚੁੱਕੀ। ਇਹ ਮੈਂ ਹੁਣ ਹਿੰਦੁਸਤਾਨ ਦੀ ਗੱਲ ਨਹੀਂ ਕਰਦਾ, ਮੈਂ ਜੇਕਰ ਪਿੱਛੇ ਵੀ ਚਲਾ ਜਾਵਾਂ ਮੁਗਲ ਕਾਲ ਦੇ ਸਮੇਂ ਤੋਂ, ਜਹਾਂਗੀਰ ਦੇ ਸਮੇਂ ਤੋਂ ਹੀ ਕਿਤੇ ਨਾ ਕਿਤੇ ਸਿੱਖ ਚੇਤਨਾ ਦੇ ਵਿੱਚ ਇੱਕ ਗੱਲ ਬੈਠੀ ਹੈ ਕਿ ਦਿੱਲੀ ਸਾਡੀ ਵੈਰੀ ਹੈ। ਸੋ ਉਹਦੇ ਕਰਕੇ ਜਿਹੜਾ ਵੀ ਦਿੱਲੀ ਦੀ ਕਾਬਜ ਹੁੰਦਾ ਜਾਂ ਸਟੇਟ ਦੇ ਉੱਪਰ ਜਿਹੜਾ ਵੀ ਕਾਬਜ ਹੁੰਦਾ ਤਾਂ ਉਹ ਜਦੋਂ ਵੀ ਪੰਜਾਬ ਦੇ ਨਾਲ ਕੋਈ ਵਧੀਕੀ ਕਰਦਾ ਹੈ, ਕੋਈ ਧੱਕਾ ਕਰਦਾ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਜਿਹੜੀ 1857 ਦੀ ਜਿਹੜਾ ਗਦਰ ਜਿਸ ਨੂੰ ਕਹਿੰਦੇ ਨੇ, ਉਹਨੂੰ ਸਾਵਰਕਰ ਬੇਸ਼ੱਕ ਕਹਿੰਦਾ ਹੈ ਕਿ ਉਹ ਆਜ਼ਾਦੀ ਦੀ ਪਹਿਲੀ ਜੰਗ ਹੈ, ਪਰ ਹੈ ਨਹੀਂ, ਕਿਉਂਕਿ ਚਾਹੇ ਆਰ.ਸੀ. ਮਜੂਮਦਾਰ ਨੇ, ਚਾਹੇ ਹੋਰ ਵੀ ਕਈ ਹਿਸਟੋਰੀਅਨ ਨੇ ਜਿਹੜੇ ਕਹਿੰਦੇ ਨੇ ਕੋਈ ਇੱਕ ਬਗਾਵਤ ਸੀ, ਉਸ ਨੂੰ ਆਜ਼ਾਦੀ ਦੀ ਜੰਗ ਨਹੀਂ ਕਿਹਾ ਜਾਂਦਾ। ਪਰ ਉਹਦੇ ਵਿੱਚ ਸਿੱਖ ਜਦੋਂ ਦਿੱਲੀ ਜਾਂਦੇ ਨੇ ਬ੍ਰਿਟਿਸ਼ ਦੇ ਵੱਲੋਂ ਬਹਾਦਰ ਸ਼ਾਹ ਦੂਜੇ ਦੀ ਬਗਾਵਤ ਨੂੰ ਦਬਾਉਣ ਦੇ ਵਾਸਤੇ, ਤੇ ਉਹਦੇ ਵਿੱਚ ਉਹ ਭਾਵਨਾਵਾਂ ਉਹ ਪਈਆਂ ਨੇ ਕਿਉਂਕਿ ਉਹਨਾਂ ਨੂੰ ਔਰੰਗਜ਼ੇਬ ਬਹਾਦਰ ਸ਼ਾਹ ਦੇ ਪਰਿਵਾਰ ਚੋਂ ਨਜ਼ਰ ਆ ਰਿਹਾ, ਔਰੰਗਜ਼ੇਬ ਦੇ ਵਿੱਚੋਂ, ਕਿ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਬਹਾਦਰ ਸ਼ਾਹ ਜ਼ਫਰ ਜਿਹੜਾ ਨੇ ਤੇ ਔਰੰਗਜ਼ੇਬ ਦੇ ਪਰਿਵਾਰ ਦੇ ਵਿੱਚੋਂ ਆ, ਤੇ ਸਾਡੀ ਤੇ ਸਦੀਆਂ ਦੀ ਦੁਸ਼ਮਣੀ ਜਿਹੜੀ ਹੈ ਉਹ ਦਿੱਲੀ ਦੇ ਨਾਲ ਚੱਲਦੀ ਆ ਰਹੀ ਹੈ। ਸੋ ਉਹ ਜਿਹੜੀਆਂ ਭਾਵਨਾਵਾਂ ਨੇ ਉਹ ਦਿੱਲੀ ਦੇ ਵਿੱਚੋਂ ਸਿੱਖਾਂ ਨੂੰ ਉਸ ਭਾਵਨਾਵਾਂ ਦੇ ਵਿੱਚ ਜਿਹੜਾ ਉਹ ਵਹਿਣ ਦੇ ਵਿੱਚ ਵਹਿਣਾ ਪੈਂਦਾ ਹੈ ਕਿ ਨਹੀਂ, ਸ਼ੁਰੂ ਤੋਂ ਹੀ ਇਸ ਸਟੇਟ ਨੇ ਜਿਹੜਾ ਕਿਸੇ ਨਾ ਕਿਸੇ ਰੂਪ 'ਚ ਸਾਡਾ ਕਤਲੇਆਮ ਕੀਤਾ। ਉਹ ਚਾਹੇ ਤੁਸੀਂ ਹੁਣ ਪਿਛਲੇ ਸਾਲ 26 ਅਕਤੂਬਰ ਨੂੰ ਜਾਂ 26 ਨਵੰਬਰ ਨੂੰ ਦਿੱਲੀ ਜਾਣਾ ਸੀ ਜਾਂ 26 ਜਨਵਰੀ ਟਰੈਕਟਰ ਪਰੇਡ ਦੀ ਗੱਲ ਕੀਤੀ ਸੀ, ਤੁਸੀਂ ਵੇਖਦੇ ਹੋ ਉਹ ਜਿਹੜੀਆਂ ਭਾਵਨਾਵਾਂ ਤੇ ਉਹ ਜਿਹੜਾ ਉਤਸ਼ਾਹ ਹੁੰਦਾ ਹੈ ਉਹ ਉਸੇ ਕਰਕੇ ਪੰਜਾਬ ਦੀ ਮਾਨਸਿਕਤਾ ਦੇ ਵਿੱਚ ਦੁਬਾਰਾ ਪੈਦਾ ਹੁੰਦਾ ਹੈ ਕਿ ਦਿੱਲੀ ਦੇ ਵਿੱਚ ਜਿੰਨੀਆਂ ਵੀ ਹਕੂਮਤਾਂ ਕਾਬਜ ਰਹੀਆਂ ਨੇ ਉਹਨਾਂ ਨੇ ਕਿਤੇ ਨਾ ਕਿਤੇ ਘੱਟ ਗਿਣਤੀ ਕੌਮੀਅਤਾਂ ਦਾ ਘਾਣ ਬਹੁਤ ਕੀਤਾ ਹੈ। ਤੇ ਉਹ ਜਦੋਂ ਖਾਸ ਕਰਕੇ ਹੁਣ ਜਦੋਂ ਤੁਸੀਂ ਚੇਲੇ ਵਾਲਿਆਂ ਦੀ ਗੱਲ ਕਰ ਲਓ, ਸਬਰਾਵਾਂ ਦੀ ਕਰ ਲਓ, ਮੁਦਕੀ ਦੀ ਕਰ ਲਓ, ਅਲੀਵਾਲ ਦੀ ਜੰਗ ਦੀ ਗੱਲ ਵੀ ਕਰ ਲਓ, ਇਹ ਜਿੰਨੀਆਂ ਵੀ ਜੰਗਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿੰਨਾ ਵੀ ਉਹ ਪੱਖ ਹੈ ਜਿਹੜੀਆਂ ਕਹਿ ਸਕਦੇ ਹੋ ਕਿ ਨੈਟਿਵ ਇਨਫੈਂਟਰੀਜ਼ ਨੇ, ਚਾਹੇ 5 ਹੈ, 16 ਹੈ, 15 ਹੈ, 26, 28, 42, 73, ਜਿੰਨੀਆਂ ਵੀ ਨੈਟਿਵ ਇਨਫੈਂਟਰੀ ਬਟਾਲੀਅਨਸ ਨੇ ਉਹ ਸਾਰੀਆਂ ਅੰਗਰੇਜ਼ਾਂ ਦੇ ਵੱਲੋਂ ਹੋ ਕੇ ਸਿੱਖਾਂ ਦੇ ਖਿਲਾਫ ਲੜਦੀਆਂ ਨੇ। ਉੱਧਰੋਂ ਬਹਾਦਰ ਸ਼ਾਹ ਦੀ ਜਿੰਨੀ ਫੌਜ ਹੈ ਉਹ ਅੰਗਰੇਜ਼ਾਂ ਦੀ ਹਮਾਇਤ ਕਰਦੀ ਹੈ ਤੇ ਪੰਜਾਬ ਦੀ ਜਿਹੜੀ ਸਿੱਖ ਫੌਜ ਹੈ ਉਹਦੇ ਖਿਲਾਫ ਲੜਦੀ ਹੈ। ਸੋ ਉਹ ਜਿਹੜਾ ਇੰਨਾ ਕੁਝ ਸਿੱਖਾਂ ਦੇ ਨਾਲ ਵਾਪਰਿਆ ਹੁੰਦਾ ਹੈ, ਕਿਤੇ ਨਾ ਕਿਤੇ ਸਿੱਖ ਮਾਨਸਿਕਤਾ ਦੇ ਵਿੱਚ ਉਹ ਪਿਆ ਹੈ ਕਿ ਇੱਧਰਲੇ ਪਾਸਿਓਂ ਜਦੋਂ ਵੀ ਆਉਂਦੇ ਨੇ ਚੜ੍ਹ ਕੇ ਆਉਂਦੇ ਨੇ ਤੇ ਉਹ ਸਾਡੇ ਦੁਸ਼ਮਣ ਨੇ। ਸੋ ਉਹ ਜਿਹੜੀ ਮਾਨਸਿਕਤਾ ਹੈ ਉਸ ਮਾਨਸਿਕਤਾ ਦੇ ਵਿੱਚ ਜਦੋਂ ਤੁਸੀਂ ਅੱਜ ਦੇ ਸਿੱਖ ਨੌਜਵਾਨੀ ਦਾ ਅਧਿਐਨ ਕਰਦੇ ਹੋ ਤਾਂ ਕਿਤੇ ਨਾ ਕਿਤੇ ਜਦੋਂ ਪੜ੍ਹਦਾ ਹੈ ਕਿ ਅਸੀਂ ਇਸ ਦੇਸ਼ ਵਾਸਤੇ ਕੁਰਬਾਨੀਆਂ ਬਹੁਤ ਦਿੱਤੀਆਂ ਨੇ, ਇਵਸ ਕੁਛ ਨਹੀਂ ਮਿਲਿਆ, ਤਾਂ ਉਹਦੇ ਕਰਕੇ ਉਹ ਟਕਰਾਅ ਪੈਦਾ ਹੁੰਦਾ। ਮਤਲਬ ਮੂਲ ਸਮੱਸਿਆ ਦਾ ਆਪਾਂ ਕਾਰਨ ਕਹਿ ਸਕਦੇ ਹਾਂ ਕਿ ਹਕੀਕਤ ਵਿੱਚ ਕੁਝ ਨਾ ਕੁਝ ਤਾਂ ਹੈ ਹੀ ਹੈ ਕਿ ਮਤਲਬ ਉਹਨਾਂ ਨੂੰ ਇਹ ਮਹਿਸੂਸ ਐਵੇਂ ਨਹੀਂ ਹੁੰਦਾ, ਆਪਣੀਆਂ ਕੁਰਬਾਨੀਆਂ ਜਿਹੜੀਆਂ ਦਿੱਤੀਆਂ ਹੋਈਆਂ ਉਹ ਵੀ ਉਹਨਾਂ ਨੂੰ ਮਹਿਸੂਸ ਹੁੰਦੀਆਂ ਕਿ ਉਹਨਾਂ ਦੇ ਇਸ ਵਿੱਚ ਵੀ ਉਹਨਾਂ ਨੂੰ ਕੁਝ ਨਹੀਂ ਮਿਲਿਆ। ਇਸੇ ਕਰਕੇ ਇੱਕ 1960 ਦੇ ਵਿੱਚ ਪੰਜਾਬੀ ਮੋਰਚਾ ਦੇ ਨਾਲ ਵੀ ਸੰਬੰਧਿਤ ਸੀ। 15 ਅਗਸਤ ਦੇ ਵਿੱਚ ਜਦੋਂ ਜਵਾਹਰ ਲਾਲ ਨਹਿਰੂ ਝੰਡਾ ਲਹਿਰਾਣ ਗਏ ਸੀ ਤੇ ਕਾਲੇ ਗੁਬਾਰੇ ਛੱਡ ਕੇ ਉਦੋਂ ਵੀ ਪੰਜਾਬੀਆਂ ਵੱਲੋਂ ਹੀ ਪ੍ਰੋਟੈਸਟ ਕੀਤਾ ਗਿਆ ਸੀਗਾ। ਹਾਂ ਬਿਲਕੁਲ, ਜਦੋਂ ਵੇਖੋ ਮੈਂ ਸ਼ੁਰੂ 'ਚ ਇਹੀ ਗੱਲ ਕੀਤੀ ਸੀ ਕਿ 47 ਦੇ ਵਿੱਚ ਜਿਹੜਾ ਸੰਤਾਪ ਹੈ ਉਹ ਸਿੱਖਾਂ ਨੇ ਹੰਢਾਇਆ, ਖਾਸ ਕਰਕੇ ਪੰਜਾਬ ਦੇ ਸਿੱਖਾਂ ਨੇ ਬਹੁਤ ਵੱਡਾ ਸੰਤਾਪ। ਜੇ ਕਤਲੇਆਮ ਹੋਇਆ ਚਾਹੇ ਮੁਸਲਮਾਨ ਦਾ ਹੋਇਆ, ਚਾਹੇ ਸਿੱਖ ਦਾ ਹੋਇਆ, ਚਾਹੇ ਹਿੰਦੂ ਦਾ ਹੋਇਆ, ਸੀ ਤਾਂ ਨੁਕਸਾਨ ਪੰਜਾਬ ਦਾ। ਤਾਂ ਉਹਦੇ ਵਿੱਚ ਜਦੋਂ ਇਹ ਸਰਕੂਲਰ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਇਹ ਜਰਾਇਮ ਪੇਸ਼ਾ ਕੌਮ ਨੇ, ਉਹਦੇ ਤੋਂ ਬਾਅਦ ਜਦੋਂ ਇਸ ਦੇਸ਼ ਦੀ ਸੂਬਾਈ ਵੰਡ ਹੁੰਦੀ ਹੈ, ਸੂਬਿਆਂ ਦੀ ਵੰਡ ਹੁੰਦੀ ਹੈ ਤੇ ਉਹ ਭਾਸ਼ਾ ਆਧਾਰਿਤ ਸੂਬੇ ਬਣਦੇ ਨੇ। ਪੰਜਾਬ ਦੇ ਨਾਲ ਉੱਥੇ ਵਿਤਕਰਾ ਹੁੰਦਾ ਹੈ ਕਿ ਭਾਸ਼ਾ ਦੇ ਆਧਾਰਿਤ ਜਿਹੜਾ ਉਹ ਸੂਬਾ ਨਹੀਂ ਮਿਲਦਾ, ਸੋ ਪੰਜਾਬੀ ਸੂਬੇ ਦਾ ਜਿਹੜਾ ਉਹ ਮੋਰਚਾ ਲੱਗਦਾ ਹੈ। ਤੇ ਉਸ ਸਮੇਂ ਜਿਹੜੀ ਅਕਾਲੀ ਲੀਡਰਸ਼ਿਪ ਹੈ ਉਹ ਫੈਸਲਾ ਲੈਂਦੀ ਹੈ ਕਿ 15 ਅਗਸਤ 1947 ਨੂੰ ਅਸੀਂ ਕਾਲੇ ਦਿਨ ਵਜੋਂ ਮਨਾਉਣਾ ਹੈ ਕਿ ਆਜ਼ਾਦ ਤੁਸੀਂ ਹੋਏ ਹੋ, ਸਾਡੀ ਆਜ਼ਾਦੀ ਤਾਂ ਖੋਈ ਗਈ ਹੈ। ਉਸ ਕਰਕੇ ਫੈਸਲਾ ਲਿਆ ਗਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ, ਜਿਹੜੇ ਉਸ ਵੇਲੇ ਦਿੱਲੀ ਦੇ ਡਿਕਟੇਟਰ ਸੀ ਪੰਜਾਬੀ ਸੂਬੇ ਮੋਰਚੇ ਦੇ, ਉਹਨਾਂ ਨੇ ਐਲਾਨ ਕੀਤਾ ਕਿ ਦਿੱਲੀ ਸੀਸਗੰਜ ਗੁਰਦੁਆਰੇ ਤੋਂ ਜਥੇ ਤੁਰਨਗੇ। ਇਹ 3 ਗਰੁੱਪ ਬਣਾਏ ਗਏ ਸੀਗੇ। ਇੱਕ ਗਰੁੱਪ ਸੀ ਜਿਹੜਾ ਜਥਾ ਲੈ ਕੇ ਜਾਵੇਗਾ ਸਿੱਧਾ, ਜਿਨ੍ਹਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਹੋਣਗੀਆਂ, ਹੱਥ 'ਚ ਕਾਲੇ ਝੰਡੇ ਹੋਣਗੇ। ਦੂਜਾ ਗਰੁੱਪ ਸੀ ਜਿਹੜਾ ਜਾ ਕੇ ਜਿੱਥੇ ਨਹਿਰੂ ਨੇ ਤਕਰੀਰ ਕਰਨੀ ਉੱਥੇ ਜਾ ਕੇ ਲੋਕਾਂ 'ਚ ਬੈਠੇਗਾ ਤੇ ਉਹਨਾਂ ਦੇ ਕੋਲ ਕਾਲੇ ਝੰਡੇ ਹੋਣਗੇ ਤੇ ਉਹ ਇੱਕਦਮ ਨਾਅਰੇ ਲਾ ਦੇਣਗੇ। ਤੀਸਰਾ ਸੀਗਾ ਕਿ ਜਿਸ ਵੇਲੇ ਨਹਿਰੂ ਤਕਰੀਰ ਸ਼ੁਰੂ ਕਰੇਗਾ ਤੇ ਉਹ ਕਾਲੇ ਰੰਗ ਦੇ ਗੁਬਾਰੇ ਜਿਨ੍ਹਾਂ ਦੇ ਉੱਪਰ ਪੰਜਾਬੀ ਸੂਬਾ
ਸੂਬਾ ਜਿੰਦਾਬਾਦ ਲਿਖਿਆ ਹੋਇਆ ਸੀਗਾ ਉਹ ਹਵਾ ਦੇ ਵਿੱਚ ਛੱਡ ਦੇਣਗੇ। ਔਰ ਜੇਕਰ ਤੁਸੀਂ ਉਸ ਸਮੇਂ ਦੇ ਜਿਹੜੇ ਸਮਕਾਲੀ ਇਤਿਹਾਸਕਾਰ ਨੇ ਉਹਨਾਂ ਨੂੰ ਪੜ੍ਹੋ, ਕਹਿੰਦੇ ਨੇ ਕਿ ਪੰਡਿਤ ਨਹਿਰੂ ਜਿਹੜਾ ਉਹ ਤਕਰੀਰ ਕਰਨ ਦੇ ਵਿੱਚ, ਲੋਕਾਂ ਨੂੰ ਸੰਬੋਧਿਤ ਕਰਨ ਦੇ ਵਿੱਚ ਬੜਾ ਪ੍ਰਵੀਨ ਗਿਣਿਆ ਜਾਂਦਾ ਸੀ ਕਿ ਬੜੀ ਮੁਹਾਰਤ ਹੈ, ਪਰ ਉਸ ਤੇ ਉਹਨੂੰ ਆਪਣਾ ਲੈਕਚਰ ਨਹੀਂ ਸੀ ਦੇ ਸਕਿਆ, ਕਿਉਂਕਿ ਜਿਸ ਵੇਲੇ ਉਹਨੇ ਲੈਕਚਰ ਸ਼ੁਰੂ ਕੀਤਾ ਸੀਸਗੰਜ ਸਾਹਿਬ ਤੋਂ ਜਿਹੜੇ ਸੀਗੇ ਉਹ ਸਿੱਖਾਂ ਦੇ ਜਥੇ ਤੁਰਨੇ ਸ਼ੁਰੂ ਹੋ ਗਏ। ਪਹਿਲਾ ਗ੍ਰਿਫਤਾਰ, ਦੂਸਰਾ ਗ੍ਰਿਫਤਾਰ, ਤੀਸਰਾ ਗ੍ਰਿਫਤਾਰ, ਤੇ ਉਹ ਲਗਾਤਾਰ ਗ੍ਰਿਫਤਾਰੀਆਂ ਦੇਈ ਜਾ ਰਹੀ ਸੀ। ਦੂਜੇ ਬੰਨੇ ਜਦੋਂ ਉਹ ਤਕਰੀਰ ਕਰ ਰਿਹਾ ਸੀ ਤੇ ਜਿਹੜਾ ਦੂਸਰਾ ਉਹਨਾਂ ਦਾ ਧੜਾ ਵਿੱਚ ਬੈਠਾ ਸੀ ਉਹਨੇ ਉੱਠ ਕੇ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਤੇ ਜਦੋਂ ਉਸਨੇ ਅਸਮਾਨ ਵੱਲ ਝਾਤੀ ਮਾਰੀ ਤਾਂ ਉੱਪਰ ਕਾਲੇ ਗੁਬਾਰੇ ਉੱਡ ਰਹੇ ਸੀ ਜਿਨ੍ਹਾਂ ਦੇ ਉੱਪਰ ਪੰਜਾਬੀ ਸੂਬਾ ਮੋਰਚਾ ਜਿੰਦਾਬਾਦ ਲਿਖਿਆ ਹੋਇਆ ਸੀ। ਸੋ ਉਹ ਕਿਸੇ ਤਰ੍ਹਾਂ ਦੇ ਨਾਲ ਸਿੱਖਾਂ ਦਾ, ਫਿਰ ਉਹੀ ਗੱਲ ਮੈਂ ਕਹਿੰਦਾ ਕਿ ਜਿਹੜੀਆਂ ਹੋਈਆਂ ਧੱਕੇਸ਼ਾਹੀਆਂ ਤੇ ਵਤੀਰਾ ਹੈ ਜਿਸ ਤਰ੍ਹਾਂ ਦੇ, ਉਸ ਵਤੀਰੇ ਦੇ ਵਿੱਚ ਜਿਹੜਾ ਵਿਤਕਰਾ ਸਿੱਖਾਂ ਨੂੰ ਜਿਹੜਾ ਕਹਿੰਦੇ ਆ ਕਿ ਉਹ ਪੇਸ਼ ਆਇਆ ਜਾਂ ਸਾਹਮਣਾ ਕਰਨਾ ਪਿਆ, ਉਹਦੇ ਵਿੱਚੋਂ ਵੀ ਉਹ ਰੋਹ ਸੀਗਾ ਜਿਹੜਾ ਕਿ 1960 ਦੇ ਵਿੱਚ ਦੁਬਾਰਾ 13 ਸਾਲ ਬਾਅਦ ਹੀ ਪ੍ਰਗਟ ਹੋ ਜਾਂਦਾ ਹੈ ਜੀ। 15 ਅਗਸਤ 2014 ਨੂੰ ਵੀ ਇੱਕ ਬੜੀ ਹਾਸੋਹੀਣੀ ਜੀ ਘਟਨਾ ਵਾਪਰੀ ਸੀ ਕਿ ਜਦੋਂ ਬਾਦਲ ਸਾਹਿਬ ਆਪਣੀ ਤਕਰੀਰ ਦੇ ਰਹੇ ਸੀ ਤਾਂ ਕਿਸੇ ਵਿਕਰਮ ਸਿੰਘ ਨਾਮ ਦੇ ਬੰਦੇ ਨੇ ਜੁੱਤੀ ਪਵਾ ਕੇ ਸੁੱਟੀ ਉਹਨਾਂ ਤੇ। ਇਹ ਵੀ ਬੜੀ ਹਾਸੋਹੀਣੀ ਜੀ ਘਟਨਾ 15 ਅਗਸਤ ਨੂੰ ਵਾਪਰੀ। ਉਸ ਤੋਂ ਬਾਅਦ 20 ਅਗਸਤ ਨੂੰ ਜਦੋਂ ਫਿਰ ਉਹਨਾਂ ਨੇ ਕੋਈ ਰੈਲੀ ਕਰਨੀ ਸੀ ਤੇ ਉਸ ਦਿਨ ਫਿਰ ਉਹਨਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਪੱਤਰਕਾਰ ਵੀ ਆਪਣੀਆਂ ਜੁੱਤੀਆਂ ਬਾਹਰ ਲਾ ਕੇ ਆਉਣਗੇ। ਮਤਲਬ 15 ਅਗਸਤ ਦਾ ਜਿਹੜਾ ਦਿਨ ਹੈ, ਯਾਨੀ ਕਿ ਅੱਜ ਦਾ ਜਿਹੜਾ ਦਿਨ ਹੈ, ਕਿਉਂਕਿ ਅਸੀਂ ਅੱਜ ਦਾ ਇਤਿਹਾਸ ਸਾਰਿਆਂ ਨੂੰ ਦੱਸ ਰਹੇ ਹਾਂ, ਅਸੀਂ ਵਿੱਚ ਇਹ ਮੈਨੂੰ ਲੱਗਦਾ ਹਾਸੋਹੀਣੀ ਘਟਨਾ ਇੱਕ ਹੈ ਜਿਹੜੀ ਵਾਪਰੀ ਸੀ। ਇਹ ਅਸੀਂ ਇਹਨੂੰ ਹਾਸੋਹੀਣੀ ਘਟਨਾ ਵੀ ਕਹਿ ਸਕਦੇ ਹਾਂ ਜਾਂ ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਵੀ ਲੋਕ ਗੁੱਸੇ ਨਾਲ ਕਿਤੇ ਨਾ ਕਿਤੇ ਤਾਂ ਆਪਣੀਆਂ ਸਰਕਾਰਾਂ ਦੇ ਵਿਰੁੱਧ ਵੀ ਭਰੇ ਹੋਏ ਨੇ। ਹਾਂ ਬਿਲਕੁਲ। ਵੇਖੋ ਹੁਣ ਜਦੋਂ ਅਸੀਂ ਕਹਾਂਗੇ ਕਿ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਦੇ ਉੱਪਰ ਜੁੱਤੀ ਸੁੱਟੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਉਹ ਵਿਦਰੋਹ ਪੈਦਾ ਕਿਉਂ ਹੋ ਰਿਹਾ, ਕਿਉਂਕਿ ਜਿਹੜਾ ਪੰਜਾਬ ਦੇ ਲੋਕ ਨੇ ਉਹ ਸਮਝਦੇ ਨੇ ਕਿ ਖਿੱਤੇ ਦੀ ਪਾਰਟੀ ਹੋਣ ਕਰਕੇ ਅਕਾਲੀ ਦਲ ਸਾਡੀ ਨੁਮਾਇੰਦਾ ਪਾਰਟੀ ਹੈ। ਤੇ ਜਦੋਂ ਅਕਾਲੀ ਦਲ ਉਸ ਨੁਮਾਇੰਦਗੀ ਕਰਨ ਦੇ ਵਿੱਚ ਨਾਕਾਮ ਸਾਬਤ ਹੋ ਜਾਂਦਾ, ਜਾਂ ਕਹਿ ਸਕਦੇ ਹੋ ਕਿ ਜਿਹੜਾ ਅਕਾਲੀ ਦਲ ਦਾ ਇੱਕ ਆਪਣਾ ਆਇਨ ਸੀ ਕਿ ਜਿਹਦੇ ਵਿੱਚ ਧਰਮ ਅਧੀਨ ਰਾਜਨੀਤੀ ਨੇ ਚੱਲਣਾ ਸੀ, ਤੇ ਜਦੋਂ ਰਾਜਨੀਤੀ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਹਾਵੀ ਹੋ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਲੋਕਾਂ ਦੇ ਵਿੱਚ ਜਿਹੜਾ ਉਹ ਰੋਹ ਪੈਦਾ ਹੋ ਜਾਂਦਾ ਤੇ ਉਸੇ ਕਰਕੇ ਫਿਰ ਇਹਨਾਂ ਦਾ ਜਿਹੜਾ ਵਿਰੋਧ ਕੀਤਾ ਜਾਂਦਾ ਹੈ। ਸੋ ਡਾਕਟਰ ਸਾਹਿਬ, ਅੱਜ ਦੇ ਇਤਿਹਾਸ ਨੂੰ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ, ਉਹਨਾਂ ਨੂੰ ਜਾਣਕਾਰੀ ਦਿੱਤੀ ਤੇ ਸਾਡੇ ਸਟੂਡੀਓ ਵਿੱਚ ਆਏ, ਆਪਣਾ ਕੀਮਤੀ ਵਕਤ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ।